ਸਾਥੀਓ, ਹਰ ਇੱਕ ਰਾਜਨੀਤੀ ਪਾਰਟੀ ਦਾ ਆਪਣਾ ਸੋਸ਼ਲ ਮੀਡੀਆ ਚੈਨਲ ਜਾਂ ਟੀਵੀ ਚੈਨਲ ਜ਼ਰੂਰ ਹੁੰਦਾ। ਕੋਈ ਇਹੋ ਜਿਹੀ ਪਾਰਟੀ ਨਹੀਂ, ਜ਼ਿਆਦਾਤਰ ਕੁਝ ਕੁ ਪਾਰਟੀਆਂ ਨੂੰ ਛੱਡ ਕੇ ਹਰ ਇੱਕ ਪਾਰਟੀ ਦੇ ਆਪਣੇ ਆਈਟੀ ਸੈੱਲ ਆ ਜਾਂ ਫਿਰ ਉਹਨਾਂ ਦੇ ਚੈਨਲ ਆ। ਜਿਵੇਂ ਕਿ ਕਹਿ ਲਓ ਕਾਂਗਰਸ ਦੇ ਆਪਣੇ ਚੈਨਲ ਹੈਗੇ ਆ, ਦੂਸਰੀ ਪਾਰਟੀ ਬੀਜੇਪੀ ਦਾ ਗੋਦੀ ਮੀਡੀਆ ਹੈਗਾ ਆ, ਤੇ ਇੱਧਰੋਂ ਅਕਾਲੀ ਦਲ ਦਾ ਵੀ ਹੈਗਾ ਆਪਣਾ ਟੀਵੀ ਚੈਨਲ ਆ, ਨਿਊਜ਼ਪੇਪਰ ਆ। ਦੇਖੋ, ਪਰ ਉਹਨਾਂ ਦੇ ਸਾਰਿਆਂ ਤੋਂ ਵੀ ਜੇ ਆਪਾਂ ਚਾਹੀਏ ਗੋਦੀ ਮੀਡੀਆ ਨੂੰ ਛੱਡ ਕੇ ਇੱਕ ਉਹ ਚੈਨਲ ਜਿਹੜਾ ਪੰਜਾਬ ਦੇ ਵਿੱਚ ਜਿਹਨੂੰ ਕਿਹਾ ਗਿਆ ਕਿ ਸਮਝਿਆ ਜਾਂਦਾ ਰਿਹਾ ਆ, ਸਮਝਦੇ ਵੀ ਕਈ ਲੋਕ ਕਿ ਇਹ ਚੈਨਲ ਬੁੱਧੀਜੀਵੀਆਂ ਦਾ ਚੈਨਲ ਆ, ਜ਼ਿਆਦਾਤਰ ਇਹ 'ਤੇ ਸੱਚੀਆਂ ਗੱਲਾਂ ਦਿਖਾਈਆਂ ਜਾਂਦੀਆਂ, ਸੱਚ ਦੀ ਖੋਜ ਕੀਤੀ ਜਾਂਦੀ ਆ। ਉਹਦਾ ਨਾਂ ਹੈ ਪ੍ਰਾਈਮ ਏਸ਼ੀਆ ਟੀਵੀ। ਬੜੇ ਸੁਲਝੇ ਹੋਏ ਤੇ ਪੱਤਰਕਾਰ ਵੀਰ ਉੱਥੇ ਬੈਠੇ ਹੁੰਦੇ, ਜਿਹੜਾ ਸ਼ੁਰੂਆਤ ਮੈਨੂੰ ਉਮੀਦ ਹੈ ਜਤਿੰਦਰ ਪੰਨੂ ਜੀ ਨੇ ਕੀਤੀ ਸੀ, ਜਿਨ੍ਹਾਂ ਦਾ ਇਤਿਹਾਸ ਆ ਕਿ ਹਰ ਗੱਲ ਨੂੰ ਵਾਜਬ ਬੋਲਦੇ ਆ, ਬੋਲਦੇ ਉਨਾ ਕਿਆ ਜਿੰਨਾ ਕੁ ਬੋਲਣ ਦੀ ਜ਼ਰੂਰਤ ਆ, ਤੋਲਦੇ ਆ ਤਾਂ ਬੋਲਦੇ ਆ, ਹਕੀਕਤ ਦੇ ਇਰਦ ਗਿਰਦ। ਪਰ ਕਦੀ ਕਿਸੇ ਰਾਜਨੀਤੀ ਪਾਰਟੀ ਦੀ ਉਹਨਾਂ ਨੇ ਸਪੋਰਟ ਨਹੀਂ ਕੀਤੀ, ਬਿਲਕੁਲ ਨਹੀਂ ਕੀਤੀ, ਨਾ ਮੈਂ ਉਹਨਾਂ ਦਾ ਬਿਆਨ ਅੱਜ ਤੱਕ ਸੁਣਿਆ। ਪਰ ਉਹਨਾਂ ਦੇ ਚੇਲੇ ਜਿਵੇਂ ਕਿ ਟਹਿਣਾ ਸਾਹਿਬ ਆ, ਤੇ ਇੱਕ ਕਹਿ ਰਹੀ ਹੈ ਸਰੀਰ ਦਾ ਲੜਕਾ ਜਿਹਦਾ ਨਾਮ ਪੂਰਾ ਨਹੀਂ ਪਤਾ, ਬਾਠ ਮਗਰ ਲੱਗਦਾ ਬਾਠ ਸਾਹਿਬ ਆ, ਉਹ ਬੜੇ ਜੋਸ਼ੀਲੇ ਤੇ ਬੜੇ ਨੌਲੇਜ ਵਾਲੇ ਦੋਵੇਂ ਵੀਰ ਆ। ਪਰ ਕੁਛ ਅਰਸੇ ਤੋਂ ਪਤਾ ਨਹੀਂ ਵੀ ਕੀ ਚੱਕਰ ਆ, ਵੀ ਜਦੋਂ ਕਿ ਮੀਡੀਆ ਦਾ ਕੰਮ ਹੁੰਦਾ, ਐਂਕਰ ਦਾ ਕੰਮ ਹੁੰਦਾ ਹਰ ਇੱਕ ਪਾਰਟੀ ਨੂੰ ਸ਼ੀਸ਼ਾ ਦਿਖਾਲਣਾ। ਪਰ ਇਹ ਵੀਰ ਆਮ ਆਦਮੀ ਪਾਰਟੀ ਦੀ ਬਹੁਤ ਸਪੋਰਟ ਕਰ ਰਿਹਾ ਚੈਨਲ ਥਰੂ। ਉੱਦਾਂ ਕਰਨ ਕੋਈ ਹਰਜ ਨਹੀਂ, ਪਰ ਜਦੋਂ ਆਪਣੇ ਤੇ ਇੱਕ ਨਿਸ਼ਾਨ ਲੱਗ ਜਾਂਦਾ ਸੱਚ ਬੋਲਣ ਦਾ, ਇੱਕ ਟਿੱਕਾ ਲੱਗ ਜਾਂਦਾ ਆ, ਇੱਕ ਲੋਕ ਆਪਣੇ ਵੱਲ ਦੇਖਦੇ ਆ, ਆਪਣੀ ਕਹੀ ਹੋਈ ਗੱਲ ਨੂੰ ਮੰਨਦੇ ਆ, ਤੇ ਉਦੋਂ ਬਾਬਿਆਂ ਵਾਂਗੂ ਗੁੰਮਰਾਹ ਕਰਨਾ ਜਨਤਾ ਨੂੰ ਮੈਨੂੰ ਲੱਗਦਾ ਠੀਕ ਨਹੀਂ। ਤੁਸੀਂ ਕੇਜਰੀਵਾਲ ਦੇ ਪੱਖ ਦਿਖਾਓ, ਸਪੋਰਟ ਕਰੋ, ਕੋਈ ਹਰਜ ਨਹੀਂ, ਪਰ ਉਹਦੀ ਹਕੀਕਤ ਵੀ ਦੱਸੋ। ਹਰ ਦੋ ਤਰ੍ਹਾਂ ਦੀਆਂ ਗੱਲਾਂ ਰੱਖੀਆਂ ਜਾਂਦੀਆਂ ਹੁੰਦੀਆਂ ਬੰਦੇ ਦਾ, ਬਈ ਇਹ ਇੱਧਰੋਂ ਇਹ ਪੰਨਾ ਤੇ ਦੂਸਰਾ, ਇੱਕ ਸਿੱਕੇ ਦਾ ਇੱਕ ਪਹਿਲੂ ਨਾ ਦਿਖਾਓ, ਦੋਨੇ ਪਹਿਲੂ ਦਿਖਾਉਣ ਦੀ ਕੋਸ਼ਿਸ਼ ਕਰੋ। ਤੁਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਕਿਹਾ, ਬਹੁਤ ਸਾਰੇ ਪ੍ਰੋਗਰਾਮ ਦੇ ਵਿੱਚ ਕਿਹਾ, ਪਰ ਮੈਂ ਇੱਕ ਪ੍ਰੋਗਰਾਮ ਦੀ ਉਦਾਹਰਨ ਦਿੰਦਾ। ਤੁਸੀਂ ਕਹਿੰਦੇ ਕਿ ਜੇ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਬਣ ਜਾਂਦੀ ਆ, ਜਿਹੜਾ ਮੁੱਖ ਮੰਤਰੀ ਆ ਉਹ ਕਹਿ ਦੇਵੇ ਕਿ ਮੈਂ ਤਾਂ ਕੋਈ ਬਈ ਅਹੁਦਾ ਨਹੀਂ ਲੈਂਦਾ, ਮੈਂ ਤਾਂ ਦੇਖੂੰਗਾ ਬਈ ਕਿਵੇਂ ਕੰਮ ਕਰਦੇ ਆ ਕਿਵੇਂ ਨਹੀਂ ਕਰਦੇ, ਤੇ ਫਿਰ ਦਿੱਲੀ 'ਚ ਜੋ ਕ੍ਰਾਂਤੀ ਆਈ, ਤੁਸੀਂ ਗੱਲ ਕੀਤੀ ਦਿੱਲੀ 'ਚ ਜੋ ਕ੍ਰਾਂਤੀ ਆਈ, ਉਸ ਕ੍ਰਾਂਤੀ ਇੱਧਰ ਵੀ ਹੋ ਜਾਵੇ ਤਾਂ ਕੀ ਹਰਜ। ਜਾਣੀ ਕਿ ਸਿੱਧੋ ਸਿੱਧੀ ਮੈਂ ਸਾਫ਼ ਲਫ਼ਜ਼ਾਂ ਵਿੱਚ ਕਹਾਂ, ਆਮ ਆਦਮੀ ਪਾਰਟੀ ਦੀ ਸਪੋਰਟ ਜਾਣੀ ਕਿ ਕਰਨੀ ਕੋਈ ਹਰਜ ਨਹੀਂ, ਕਰੋ। ਪਰ ਉਸ ਚੈਨਲ ਤੇ ਬਹਿ ਕੇ ਪਹਿਲਾਂ ਹੋਰ ਚੈਨਲਾਂ ਨੂੰ ਗੋਦੀ ਮੀਡੀਆ ਕਹਿਣਾ, ਬਾਅਦ ਦੇ ਵਿੱਚ ਉਹੀ ਕੰਮ ਕਰਨੇ ਸ਼ੁਰੂ ਕਰ ਦੇਣਾ, ਤੇ ਕਿੰਨਾ ਕੁਝ ਜਾਇਜ਼ ਆ। ਮੈਂ ਪਹਿਲਾਂ ਦੱਸ ਦੇਵਾਂ ਦਰਸ਼ਕਾਂ ਨੂੰ ਜਿਹੜੇ ਵੀ ਇਹ ਵੀਡੀਓ ਦੇਖਦੇ ਆ, ਭਾਈ ਭਾਵੁਕ ਘੱਟ ਹੋਇਓ, ਪਹਿਲਾਂ ਇਹਨਾਂ ਤੱਥਾਂ ਨੂੰ ਪੜਚੋਲ ਕਰ ਲਓ। ਮੈਂ ਕੁਝ ਤੱਥ ਦੱਸਦਾ ਕਿ ਪ੍ਰਾਈਮ ਏਸ਼ੀਆ ਟੀਵੀ ਵਾਲਿਓ ਵੀਰੋ, ਤੁਸੀਂ ਇਹ ਨਹੀਂ ਦੱਸਿਆ ਕੇਜਰੀਵਾਲ ਕਿਵੇਂ ਰਾਜਨੀਤੀ ਦੇ ਵਿੱਚ ਆਇਆ, ਤੁਸੀਂ ਇਹ ਨਹੀਂ ਦੱਸਿਆ ਕਿ ਉਹ ਲੋਕਾਂ ਦੁਆਰਾ ਚੁਣਿਆ ਹੋਇਆ ਮੁੱਖ ਮੰਤਰੀ ਨਹੀਂ, ਤੁਸੀਂ ਇਹ ਨਹੀਂ ਦੱਸਿਆ ਜਿਹੜੇ ਐਸੀ ਵਰਗ ਤੇ ਪੈਸੇ ਸੀਗੇ ਦਿੱਲੀ ਲੱਗਣੇ, ਉਹਨਾਂ ਦਾ ਫੰਡ ਸੀ, ਉਹ ਫੰਡ ਨਹੀਂ ਲਾਇਆ ਗਿਆ। ਤੁਸੀਂ ਇਹ ਵੀ ਨਹੀਂ ਬਾਅਦ ਦੇ ਵਿੱਚ ਦੱਸਿਆ ਗਿਆ, ਇਹ ਵੀ ਦੱਸਿਆ ਗਿਆ ਕਿ ਇਹ ਜਨਸੰਘ ਦਾ ਹੀ ਪਰਿਵਾਰ ਦਾ ਮੈਂਬਰ ਆ, ਜਦ ਕਿ ਕੇਜਰੀਵਾਲ ਜੀ ਖੁਦ ਆਪਣੇ ਮੂੰਹੋਂ ਉਹਨਾਂ ਨੇ ਬੋਲਿਆ ਸੀ। ਤੇ ਇਹ ਪਹਿਲਾਂ ਕਿਹੜਾ NGO ਚਲਾਉਂਦੇ ਸੀ, ਰਿਜ਼ਰਵੇਸ਼ਨ ਦੇ ਖਿਲਾਫ ਜਾਂ ਹੋਰ ਕੀ ਕਰਦੇ ਰਹੇ, ਇਹ ਤੁਸੀਂ ਕਦੀ ਨਹੀਂ ਦੱਸਿਆ। ਮੈਂ ਥੋੜ੍ਹਾ ਜਿਹਾ ਦੱਸ ਦੇਵਾਂ ਤੁਹਾਨੂੰ ਉਸ ਸੰਖੇਪ ਦੇ ਵਿੱਚ। ਆਪਾਂ ਥੋੜ੍ਹਾ ਪਿੱਛੇ ਚਲੇ ਜਾਂਦੇ ਹਾਂ, ਜਦੋਂ ਇਹ ਖੇਡ ਰਚੀ ਗਈ ਅੰਨਾ ਹਜ਼ਾਰੇ ਵਾਲੀ, ਲੋਕਪਾਲ ਬਿੱਲ ਦਾ ਜਦੋਂ ਰੌਲਾ ਪਿਆ ਸੀ, ਮੈਂ ਤੁਹਾਨੂੰ ਦੱਸਦਾ, ਇੱਕ ਬੰਦਾ ਆਉਂਦਾ ਕਹਿੰਦਾ 1,76,000 ਕਰੋੜ ਦਾ ਘੁਟਾਲਾ ਹੋਇਆ, ਦੂਸਰਾ ਆਉਂਦਾ ਉਹ ਉਹਨਾਂ ਦੇ ਵਿੱਚ ਸ਼ਮੂਲੀਅਤ ਕਰਦਾ, ਫਿਰ ਤੀਸਰਾ ਆਉਂਦਾ ਉਹਨੂੰ ਜਾ ਕੇ ਰਾਮਲੀਲਾ ਮੈਦਾਨ ਦੇ ਵਿੱਚ ਲੈ ਜਾਂਦਾ, ਫਿਰ ਚੌਥਾ ਆਉਂਦਾ ਆ ਉਹ ਵੀ ਸ਼ਮੂਲੀਅਤ ਇਹਨਾਂ ਵਿੱਚ ਕਰਦਾ, ਫਿਰ ਇੱਕ ਆਦਮੀ ਆਉਂਦਾ ਸੁਪਰਮਨੀਅਮ, ਉਹ ਚੱਕ ਕੇ ਇਹਨੂੰ ਹਾਈ ਕੋਰਟ ਦੇ ਵਿੱਚ ਕੇਸ ਨੂੰ ਲੈ ਜਾਂਦਾ। ਉਸ ਤੋਂ ਬਾਅਦ ਇੱਕ ਹੋਰ ਆਦਮੀ ਰਲਦਾ ਤੇ ਉਹ ਲੋਕਾਂ ਕੋਲੋਂ ਇਸ ਤੇ ਘੁਟਾਲੇ ਤੇ ਵੋਟਾਂ ਮੰਗਦਾ
ਤੇ ਲੋਕਾਂ ਵਿੱਚ ਵਿਚਦਾ, ਲੋਕਾਂ ਨੂੰ ਕਹਿੰਦਾ 15-15 ਲੱਖ ਰੁਪਇਆ ਦਿੱਤਾ ਜਾਊਗਾ। ਸਾਰਾ ਕੁਝ ਇਹ ਕਰ ਕਰਾ ਕੇ ਬਾਅਦ ਵਿੱਚ 7 ਸਾਲ ਬਾਅਦ ਇਹ ਫੈਸਲਾ ਆਉਂਦਾ ਕਿ ਘੁਟਾਲਾ ਹੋਇਆ ਹੀ ਨਹੀਂ ਸੀ, ਸਾਰੇ ਦੇ ਸਾਰੇ ਉਹ ਬਰੀ। ਪਰ ਇਹਨਾਂ ਨੂੰ ਕੀ ਮਿਲਿਆ ਮੈਂ ਤੁਹਾਨੂੰ ਦੱਸ ਦਿੰਦਾ। ਅੱਛਾ ਜੀ, ਪਹਿਲਾ ਆਦਮੀ ਵਿਨੋਦ ਰਾਏ ਬੈਂਕਾਂ ਦਾ ਚੇਅਰਮੈਨ ਬਣ ਜਾਂਦਾ, ਦੂਸਰਾ ਅੰਨਾ ਹਜ਼ਾਰੇ ਜੈਡ ਸਿਕਿਉਰਿਟੀ ਲੈ ਕੇ ਬਹਿ ਜਾਂਦਾ, ਕਿਰਨ ਬੇਦੀ ਪਾਂਡੇਚੇਰੀ ਦੀ ਰਾਜੇਪਾਲ ਬਣ ਜਾਂਦੀ ਆ, ਚੌਥਾ ਦਿੱਲੀ ਦਾ ਮੁੱਖ ਮੰਤਰੀ ਬਣ ਜਾਂਦਾ, ਪੰਜਵਾਂ ਸਲਵਾਰ ਪਾ ਕੇ ਭੱਜਣ ਵਾਲਾ ਬਾਬਾ ਰਾਮਦੇਵ, ਉਹਦਾ ਖਰਬਾਂ ਰੁਪਈਆਂ 'ਚ ਦਵਾਈਆਂ ਦਾ ਕਾਰੋਬਾਰ ਚੱਲਦਾ, ਉਹਦਾ ਸਿੱਕਾ ਜੰਮਿਆ ਪਿਆ ਆ। ਸੱਤਵਾਂ ਆਦਮੀ ਸੁਪਰਮੈਨ ਸੰਸਦ ਮੈਂਬਰ ਬਣ ਜਾਂਦਾ, 7ਵਾਂ ਪ੍ਰਧਾਨ ਮੰਤਰੀ ਬਣ ਜਾਂਦਾ। ਸਾਰੇ ਝੂਠ ਦੇ ਸਹਾਰ ਤੇ ਸਾਰੀਆਂ ਚੀਜ਼ਾਂ ਪਈਆਂ ਹੋਈਆਂ ਨੂੰ, ਜੋ ਝੂਠ ਦੇ ਸਹਾਰੇ ਪਿਆ ਸੀ, ਝੂਠ ਦੇ ਉੱਤੇ ਪਿਆ ਸੀ, ਉਹਨੂੰ ਸਾਰੇ ਤੇ ਕੁਛ ਨਾ ਕੁਛ ਲੈ ਕੇ ਬਹਿ ਗਏ, ਬਾਕੀ ਸਾਰੇ ਡਪਲੀ ਵਜਾਉਂਦੇ ਰਹਿ ਗਏ। ਕੇਜਰੀਵਾਲ ਪਹਿਲਾਂ ਪਲਾਂਟਡ ਬੰਦਾ, RSS ਦੇ ਦਫ਼ਤਰ ਵਿੱਚੋਂ, ਇਹ ਨਹੀਂ ਤੁਸੀਂ ਕਦੀ ਜ਼ਿਕਰ ਕੀਤਾ, ਚਲੋ ਮੈਂ ਜ਼ਿਕਰ ਕਰਦਾ, ਹੁਣ ਤੁਹਾਡੀ ਗੱਲ ਛੱਡਦਾ ਮੈਂ। RSS ਦਾ ਕੇਡਰਾਈਜ਼ ਬੰਦਾ ਜਿਹੜਾ ਮੂੰਹੋਂ ਕਹਿ ਚੁੱਕਾ, ਉਹਨਾਂ ਨੇ ਪਲਾਂਟ ਕੀਤਾ। ਫਿਰ ਉਦੋਂ ਬਾਅਦ ਇੱਕ IPS ਅਧਿਕਾਰੀ ਜੋ ਰਿਟਾਇਰ ਹੋਇਆ, ਜਿਹਨੇ ਇੱਕ ਬੁੱਕ ਲਿਖੀ, ਬੁੱਕ ਦੇ ਵਿੱਚ ਸਭ ਕੁਝ ਦਰਜ ਕੀਤਾ ਕਿ ਕੇਜਰੀਵਾਲ ਜਿਹੜਾ ਆ ਉਹਦਾ ਅਮਿਤ ਸ਼ਾਹ, ਕੇਜਰੀਵਾਲ, RSS ਸਾਰਾ ਸੰਘ ਇੱਕ ਥਾਂ ਇਕੱਠਾ ਹੁੰਦਾ ਆ, ਬਹਿੰਦਾ ਆ, ਪਲਾਂਟਡ ਹੁੰਦਾ ਆ। BJP ਉਹਨਾਂ ਇਹ ਵੀ ਜ਼ਿਕਰ ਕੀਤਾ ਕਿ ਮੋਦੀ ਨੂੰ 1985 ਦੇ ਵਿੱਚ ਹੀ ਡਿਕਲੇਅਰ ਕਰ ਦਿੱਤਾ ਸੀ। ਇਵੇਂ ਹੀ ਜਿਹੜੇ ਕੇਜਰੀਵਾਲ ਤੇ ਪੈਸਾ ਲਾਉਣ ਵਾਲੀ ਕੰਪਨੀ ਆ, ਜਿਹੜੇ BJP ਤੇ ਪੈਸਾ ਲਾਇਆ ਸੀ, ਜੋ ਕੰਟਰੀਆਂ ਦੀ 27 ਕੰਟਰੀਆਂ ਦੀ ਸ਼ਾਇਦ ਕਰੰਸੀ ਤਿਆਰ ਕਰਦੇ ਸੀ, ਉਸ ਬੰਦੇ ਨੇ, ਉਸ ਕੰਪਨੀ ਨੇ ਕੇਜਰੀਵਾਲ ਤੇ ਪੈਸਾ ਲਾਇਆ। ਸਾਰਾ ਪਲਾਂਟਡ ਬੰਦਾ ਹੋਇਆ ਵੀ ਜੇ BJP ਤੋਂ ਮੋਹ ਭੰਗ ਹੁੰਦਾ ਤੇ ਇੱਧਰ ਕੇਜਰੀਵਾਲ ਵੱਲ ਜਾਊਗਾ, ਜਾਣ ਕੇ ਦੋਨੇ ਹੱਥੀਂ ਲੱਡੂ। ਤੁਸੀਂ ਇਹ ਜ਼ਿਕਰ ਨਹੀਂ ਕੀਤਾ। ਤੁਸੀਂ ਇੱਥੇ ਮੰਨ ਲਓ ਬੈਠੇ ਆ, ਮੈਨੂੰ ਨਹੀਂ ਪਤਾ ਤੁਸੀਂ ਉੱਥੇ ਜਾ ਕੇ ਸਰਚ ਕੀਤੀ ਜਾਂ ਨਹੀਂ ਕੀਤੀ, ਇੱਥੋਂ ਬੈਠ ਕੇ ਪੁਲ ਬੰਨੀ ਜਾਣੇ ਕਿਸੇ ਦੀਆਂ ਤਾਰੀਫਾਂ ਦੇ, ਉਹਦਾ ਦੂਆ ਪੱਖ ਨਹੀਂ ਦੱਸਣਾ। ਤੁਸੀਂ ਇਹ ਨਹੀਂ ਦੱਸਿਆ ਕਿ RSS ਚੀਜ਼ ਕੀ ਆ। ਉਹ ਸੰਘ ਪਰਿਵਾਰ, ਉਹ RSS ਜਿਹੜੇ ਘੱਟ ਗਿਣਤੀਆਂ ਨੂੰ ਹਰ ਤਰੀਕੇ ਦੇ ਨਾਲ ਦਬਾਉਣਾ ਚਾਹੁੰਦੇ ਆ ਤੇ ਦਬਾ ਰਹੇ ਆ, ਚਾਹੇ ਦਲਿਤਾਂ ਤੇ ਅਤਿਆਚਾਰ ਹੋਵੇ, ਚਾਹੇ ਮੁਸਲਮਾਨਾਂ ਤੇ ਅਤਿਆਚਾਰ ਹੋਵੇ, ਚਾਹੇ ਸਿੱਖਾਂ ਤੇ ਅਤਿਆਚਾਰ ਹੋਵੇ। ਉਹ ਵੀ ਮੈਨੂੰ ਵੇਖਦੇ ਵੀ ਤੁਸੀਂ ਭੁੱਲ ਗਏ ਜਦੋਂ 84 ਦਾ ਅਟੈਕ ਹੋਇਆ, ਬਾਅਦ ਵਿੱਚ ਲੱਡੂ ਵੰਡੇ ਗਏ, ਉਹ ਵੀ ਤੁਸੀਂ ਮੈਨੂੰ ਵੇਖਦੇ ਭੁੱਲ ਗਏ। ਜਦੋਂ ਕਹਿੰਦਾ ਮਤਲਬ ਢੋਲ ਵਜਾਏ ਗਏ ਸੀਗੇ, ਤੇ ਉਹ ਵੀ ਤੁਸੀਂ ਮੈਨੂੰ ਮੇਰੇ ਭੁੱਲ ਗਏ ਜਦੋਂ ਹਰਮੰਦਰ ਸਾਹਿਬ ਤੇ ਅਟੈਕ ਕਰਨ ਨੂੰ ਕਿਹਾ ਸੀ। ਤੇ ਉਸ ਤੋਂ ਬਾਅਦ ਜਦੋਂ ਕਾਂਗਰਸ ਨਹੀਂ ਸੀ ਕਰ ਰਹੀ, ਉਸ ਤੋਂ ਬਾਅਦ ਕਾਂਗਰਸ ਤੇ ਦਬਾਅ ਪਾਇਆ ਗਿਆ। ਕਹਿਣ ਦਾ ਮਤਲਬ ਹੈ ਵੀ ਦੋਨਾਂ ਨੇ ਰਲ ਕੇ, ਕਾਂਗਰਸ ਤਾਂ BJP ਨੇ ਅਟੈਕ ਕਰਵਾਇਆ। ਇਹ 'ਚ ਤੁਸੀਂ ਕਹੋਗੇ ਕੇਜਰੀਵਾਲ ਦਾ ਕੀ ਦੋਸ਼ ਆ? ਕੇਜਰੀਵਾਲ ਉਸੇ ਹੀ ਸੰਸਥਾ ਦੇ ਵਿੱਚ ਕੰਮ ਕਰਦਾ ਸੀ ਜਿਹਨੇ ਅਟੈਕ ਕਰਵਾਇਆ। ਉਹਦਾ ਇੱਕ ਵੀ ਬਿਆਨ ਪੜ੍ਹ ਕੇ ਦੇਖ ਲਓ। ਪਾਣੀਆਂ ਦੇ ਮੁੱਦੇ ਤੇ ਇੱਥੇ ਕੁਝ ਹੋਰ, ਦਿੱਲੀ ਕੁਝ ਹੋਰ, ਰਾਜਸਥਾਨ ਜਾ ਕੇ ਕੁਝ ਹੋਰ। ਜਿਹੜਾ ਬੰਦਾ ਇੱਕ ਪਲਾਂਟਡ ਬੰਦਾ ਹੋਵੇ, ਕੇਡਰਾਈਜ਼ ਬੰਦਾ ਹੋਵੇ, ਉਹਦੀਆਂ ਤੁਸੀਂ ਸਿਫਤਾਂ ਦੇ ਪੁਲ ਬੰਨ੍ਹ ਦੇਣੇ, ਉਹਦਾ ਦੂਸਰਾ ਪੱਖ ਨਹੀਂ ਦਿਖਾਲਣਾ ਕਿ ਇਹ ਕਿਵੇਂ ਹੋਂਦ ਵਿੱਚ ਆਇਆ। ਸਾਰਾ ਪਲਾਂਟਡ ਸੀ ਕੰਮ, ਅੰਨਾ ਹਜ਼ਾਰੇ ਨੂੰ ਬਿਠਾਲਣਾ, ਬਾਅਦ ਦੇ ਵਿੱਚ ਇਹ ਸਭ ਕੁਝ ਕਰਨਾ। ਉਹਨਾਂ ਦੀ ਮਿਹਨਤ ਨੂੰ ਕੇਜਰੀਵਾਲ ਤੋਂ ਮੁੱਖ ਮੰਤਰੀ ਵੱਲੋਂ, ਪ੍ਰਧਾਨ ਮੰਤਰੀ ਵੱਲੋਂ ਉਹਨੂੰ ਕਵਰ ਕਰ ਲੈਣਾ। ਬਾਅਦ ਦੇ ਵਿੱਚ ਲੋਕਾਂ ਦੇ ਪੱਲੇ ਕੀ ਹੋਣਾ। ਹੋਰ ਜਿਹੜੇ ਬੰਦੇ ਆ ਉਹਨਾਂ ਨੂੰ ਕੱਢ ਦੇਣਾ। ਪੰਜਾਬ ਦੇ ਵਿੱਚ ਕੀ ਹੋਇਆ, ਮਜੀਠੀਆ ਕੋਲੋਂ ਮਾਫੀ ਮੰਗ ਲਈ ਗਈ ਜਦੋਂ ਨਸ਼ਿਆਂ ਦੇ ਮੁੱਦੇ ਦੇ ਉੱਤੇ, ਜਦੋਂ ਮਾਫੀ ਮੰਗੀ ਗਈ, ਘੁੱਗੀ, ਗੁਰਪ੍ਰੀਤ ਘੁੱਗੀ ਹੁਣੀ ਬਾਹਰ, ਖਾਲਸਾ ਜੀ ਬਾਹਰ, ਧਰਮਵੀਰ ਗਾਂਧੀ ਬਾਹਰ, ਛੋਟੇਪੁਰ ਬਾਹਰ। ਕਿ ਇਹ ਸਾਰੇ ਕਿ ਕਲੰਕਿਤ ਬੰਦੇ ਸੀਗੇ ਜਿਨ੍ਹਾਂ ਵੱਲ ਸਮਾਜ ਦੇਖਦਾ, ਜਿਨ੍ਹਾਂ ਤੋਂ ਸੇਧਾ ਲੈਂਦਾ। ਤੁਸੀਂ ਉਹਨਾਂ ਦਾ ਕਿਉਂ ਨਹੀਂ ਜ਼ਿਕਰ ਕੀਤਾ ਕਿ ਇਹਨੇ ਪੰਜਾਬ ਨੂੰ, ਇਸ ਪਾਰਟੀ ਨੇ ਖੇਰੂ ਕਰਨ ਤੇ ਜ਼ੋਰ ਲੱਗਾ ਹੋਇਆ। ਇਹ RSS ਦੀ ਆ, ਇਹ BJP ਦੀ B ਟੀਮ ਆ। ਤੁਸੀਂ ਇਹ ਕਿਤੇ ਵੀ ਜ਼ਿਕਰ ਨਹੀਂ ਕਰਦਾ, ਸਿਰਫ ਇੱਕ ਪਾਸੇ ਉਹਨਾਂ ਦਾ ਜ਼ਿਕਰ ਕਰੀ ਜਾਣਾ, ਉਹਨਾਂ ਦੀ ਸਪੋਰਟ ਕਰੀ ਜਾਣੀ। ਇਹ ਐਂਕਰ ਦਾ ਕੰਮ ਨਹੀਂ ਹੁੰਦਾ। ਜੇ ਮੈਂ ਮੰਨ ਲਓ ਕਿਸੇ ਗੱਲ ਦਾ ਐਂਕਰ ਆ, ਮੈਂ ਜਵਾਬ ਦੇ ਦੁਨੀਆ ਨੂੰ ਆ, ਮੈਂ ਪੱਖ ਦੇਖਣਾ, ਕਿਸੇ ਰਾਜਨੀਤੀ ਪਾਰਟੀ ਦੀ ਸਪੋਰਟ ਨਹੀਂ ਕਰਨੀ। ਉਹਦੀ ਜੇ ਖੂਬੀਆਂ ਦਿਖਾ ਲੈਣੀਆਂ, ਉਹਦਾ ਦੂਸਰਾ ਵੀ ਪੱਖ ਵੀ ਦਿਖਾ ਲੈਣਾ। ਪਰ ਤੁਸੀਂ ਆਪਣੇ ਚੈਨਲ ਤੇ ਬੈਠੇ ਇਹੋ ਜਿਹਾ ਕੁਝ ਨਹੀਂ ਕਰਦੇ। ਤੁਸੀਂ ਸਿਰਫ
ਕੁਝ ਗੱਲਾਂ ਤੇ ਤੁਹਾਡੇ ਵੱਲ ਲੋਕ ਦੇਖਿਆ ਜਾਂਦਾ। ਮੈਂ ਉਦੋਂ ਦਾ ਸੁਣਦਾ ਜਤਿੰਦਰ ਪੰਨੂ ਜੀ ਨੂੰ, ਜਦੋਂ ਟੀਵੀ ਤੇ ਪ੍ਰੋਗਰਾਮ ਆਇਆ ਕਰਦਾ ਸੀ, ਉਹਨਾਂ ਬਾਰੇ ਬਹੁਤ ਪੜ੍ਹਿਆ, ਉਹਨਾਂ ਬਾਰੇ ਵਿਚਾਰ ਕੀਤਾ। ਪਰ ਕਹਿੰਦੇ ਹੁੰਦੇ ਵੀ ਗੁਰੂ ਨਾਲੋਂ ਚੇਲੇ ਵੱਧ ਜਾਂਦੇ, ਪਰ ਵੱਧਦੇ ਕਿੱਦਾਂ ਕਿ ਉਹ ਕਿਤੇ ਨਾ ਕਿਤੇ ਠੋਕਰ ਜ਼ਰੂਰ ਖਾ ਲੈਂਦੇ ਆ। ਗੁਰੂ ਨੇ ਇਹੋ ਜਿਹਾ ਕੀਤਾ, ਜਤਿੰਦਰ ਪੰਨੂ ਜੀ ਨੇ ਕਦੇ ਨਹੀਂ ਇਹੋ ਜਿਹਾ ਕੀਤਾ ਕਿਸੇ ਰਾਜਨੀਤਿਕ ਪਾਰਟੀ ਦੀ ਸਪੋਰਟ ਕੀਤੀ, ਹਮੇਸ਼ਾ ਸੱਚ ਬੋਲਦੇ। ਪਰ ਤੁਸੀਂ ਬੈਠ ਕੇ ਜ਼ਿਆਦਾ ਉੱਪਰ ਨੂੰ ਹੋਣ ਦੇ ਲਈ, ਆਪਣੀ TRP ਚੈਨਲ ਦੀ ਵਧਾਉਣ ਦੇ ਲਈ ਕੁਝ ਵਿਵਾਦਕ ਲੱਭ ਕੇ ਲਿਆਉਣੇ ਆ, ਉਹਨੂੰ ਠੋਸਦੇ ਆ। ਹੁਣ ਜਨਤਾ ਦੇ ਦਿਮਾਗ ਦੇ ਵਿੱਚ ਉਹੋ ਜਿਹੀਆਂ ਗੱਲਾਂ ਭਰਦੇ ਆ ਕਿ ਇੱਕ ਪਾਰਟੀ ਦੀ ਸਪੋਰਟ ਕਰਦੇ ਆ। ਤੁਸੀਂ ਚੈਨਲ ਤੇ ਬੈਠ ਕੇ ਕਰ ਰਹੇ ਆ, ਚੈਨਲ ਤੋਂ ਬਾਹਰ ਹੋ ਕੇ ਜੋ ਮਰਜ਼ੀ ਕਰੋ, ਕਿਸੇ ਨੂੰ ਕੋਈ ਇਤਰਾਜ਼ ਨਹੀਂ। ਪਰ ਤੁਸੀਂ ਜਦੋਂ ਸਰਬਜਨਕ ਹੋਵੋ, ਤੁਹਾਨੂੰ ਇਹ ਚੀਜ਼ਾਂ ਦਾ ਖਿਆਲ ਰੱਖਣਾ ਚਾਹੀਦਾ। ਮੈਨੂੰ ਪਤਾ ਕਿ ਜੋ ਕੁਝ ਹੋ ਰਿਹਾ ਜਾਣ ਬੁੱਝ ਕੇ ਹੋ ਰਿਹਾ, ਪਰ ਮੈਨੂੰ ਇਹ ਵੀ ਪਤਾ ਕਿ ਤੁਸੀਂ RSS ਨੂੰ ਚੰਗੀ ਤਰ੍ਹਾਂ ਜਾਣਦੇ ਹੋਵੋਗੇ। ਮੈਨੂੰ ਇਹ ਵੀ ਪਤਾ ਕਿ ਕੇਜਰੀਵਾਲ ਦੇ ਦੂਜੇ ਪੱਖਾਂ ਨੂੰ ਵੀ ਜਾਣਦੇ ਹੋਵੇ। ਫਿਰ ਤੁਹਾਡਾ ਨਾਂ ਦਿਖਾਉਣਾ ਕਿਹੜੀ ਮਜਬੂਰੀ ਆ, ਮੈਨੂੰ ਨਹੀਂ ਪਤਾ। ਇਹ ਮੈਂ ਲੋਕਾਂ ਨੂੰ ਕਹਿਣਾ ਚਾਹੁੰਦਾ ਕਿ ਕਿਸੇ ਨੂੰ ਵੀ ਤੁਹਾਡੇ ਤੋਂ ਵੱਡਾ ਕੋਈ ਬੁੱਧੀਜੀਵੀ ਨਹੀਂ ਹੋ ਸਕਦਾ। ਆਪਣੇ ਮਨ ਤੇ ਵਿਸ਼ਵਾਸ ਰੱਖੋ। ਕਿਸੇ ਦੇ ਕਹਿਣ ਤੇ ਵੋਟ ਦਾ ਇਸਤੇਮਾਲ ਨਾ ਕਰਿਓ, ਕਿਸੇ ਦੇ ਕਹਿਣ ਤੇ ਵੋਟ ਨਾ ਪਾਇਓ, ਉਹਦੇ ਪੱਖ ਜਾਣ ਲਿਓ। ਇਹ ਜਿਹੜੇ ਅੱਜ ਕੱਲ੍ਹ ਬੁੱਧੀਜੀਵੀ ਆ, ਇਹਨਾਂ ਵੱਲ ਦੁਨੀਆ ਦੇਖਦੀ, ਪਰ ਅੱਜ ਕੱਲ੍ਹ ਦੀਵੇ ਥੱਲੇ ਵੀ ਕਹਿੰਦੇ ਹੁੰਦੇ ਸਿਆਣੇ, ਕਹਿੰਦੇ ਹੁੰਦੇ ਹਨੇਰਾ ਹੁੰਦਾ। ਇਹਨਾਂ ਤੋਂ ਬਚ ਕੇ ਜਰਾ ਰਹੋ, ਕਿਉਂਕਿ ਇਹ ਲੋਕਾਂ ਦੇ ਮਨ ਦੇ ਵਿੱਚ ਉਹ ਗੱਲਾਂ ਭਰਦੇ ਆ ਜੋ ਹਾਂ ਪੱਖੀ ਨਾ ਪੱਖੀ ਉਹ ਦੱਸਣਾ ਹੀ ਨਹੀਂ ਚਾਹੁੰਦੇ। ਸਭ ਨੂੰ ਮੈਂ ਕਹਿੰਦਾ ਕਿ ਆਪਣੀ ਮੱਤ ਦਾ ਆਪ ਇਸਤੇਮਾਲ ਕਰੋ। ਇਹ ਕਿਸੇ ਦੇ ਮਗਰ ਲਾ ਕੇ, ਕਿਸੇ ਬਾਬੇ ਦੇ, ਕਿਸੇ ਡੇਰੇ ਵਾਲੇ ਦੇ ਜਾਂ ਐਂਕਰਾਂ ਦੇ ਮਗਰ ਲਾ ਕੇ ਆਪਣੀ ਵੋਟ ਦਾ ਇਸਤੇਮਾਲ ਨਾ ਕਰਿਓ।